Hello students, in this video we will find log values for different numbers। ਹੁਣ ਇਹ ਸਾਰੇ ਨੰਬਰਸ ਦੇ ਨਾਲ log values ਟੇਬਲ ਚੋਂ ਫਾਈਂਡ ਕਰਨੀਆਂ ਬਿਲਕੁਲ ਈਜ਼ੀ ਹੋ ਜਾਣਗੀਆਂ ਸਮਝਣੀਆਂ। ਸੋ ਜਿਸ ਤਰ੍ਹਾਂ ਇੱਥੇ ਦੇਖ ਸਕਦੇ ਹੋ ਤੁਸੀਂ ਕਿ 1 ਤੋਂ 9 ਤੱਕ ਅਗਰ ਕੋਈ ਵੀ ਨੰਬਰ ਹੈਗਾ ਉਹਦਾ ਮੈਂਟੀ ਜੋ ਕਰੈਕਟਰਿਸਟਿਕ ਆ ਉਹ ਸਾਡੇ ਕੋਲ ਰਹੇਗਾ 0। ਅਗਰ ਕੋਈ ਵੀ ਨੰਬਰ 10 ਤੋਂ ਲੈ ਕੇ 99 ਤੱਕ ਆ ਮਤਲਬ ਕਿ 2 ਡਿਜਿਟਸ ਦਾ ਨੰਬਰ ਆ ਤਾਂ ਕਰੈਕਟਰਿਸਟਿਕ ਰਹੇਗਾ 1। 3 ਡਿਜਿਟਸ ਦਾ ਨੰਬਰ ਆ ਦੈਟ ਮੀਨਸ ਕਿ 100 ਤੋਂ ਲੈ ਕੇ 999 ਤੱਕ ਦਾ ਕਰੈਕਟਰਿਸਟਿਕ ਰਹੇਗਾ 2। ਅਗਰ 4 ਡਿਜਿਟਸ ਦਾ ਨੰਬਰ ਆ ਤਾਂ ਕਰੈਕਟਰਿਸਟਿਕ 3। ਇਸੇ ਤਰ੍ਹਾਂ ਔਨਵਰਡ ਜਿੱਦਾਂ ਜਿੱਦਾਂ ਡਿਜਿਟਸ ਵੱਧਦੇ ਜਾਣਗੇ ਕਰੈਕਟਰਿਸਟਿਕ ਵੱਧਦਾ ਜਾਏਗਾ। ਸੋ ਅਗਰ ਹੁਣ ਵੈਲਿਊ ਹੋ ਜਾਏ ਡੈਸੀਮਲ ਦੇ ਵਿੱਚ ਫਰੈਕਸ਼ਨ 'ਚ ਵੈਲਿਊ ਦਿੱਤੀ ਹੋਵੇ ਉਹਦੇ ਲਈ ਲੌਗ ਵੈਲਿਊ ਫਾਈਂਡ ਕਰਨੀ ਹੋਵੇ ਤਾਂ ਉਹਦੀ ਵੈਲਿਊ ਅਸੀਂ ਲਿਖਦੇ ਹਾਂ ਨੈਗੇਟਿਵ ਦੇ ਵਿੱਚ। ਹੁਣ ਦੇਖੋ 0.1 ਤੋਂ ਲੈ ਕੇ 0.9 ਤੱਕ ਅਗਰ ਕੋਈ ਵੀ ਨੰਬਰ ਹੈਗਾ ਜਿਹਦੇ ਲਈ ਅਸੀਂ ਲੌਗ ਵੈਲਿਊ ਫਾਈਂਡ ਕਰਨੀ ਤਾਂ ਉਹਦਾ ਕਰੈਕਟਰਿਸਟਿਕ ਹੋਏਗਾ -1। ਇਹਦੇ ਵਿੱਚ ਮਾਈਨਸ ਅਸੀਂ ਉੱਪਰ ਲਿਖਦੇ ਹਾਂ ਬਾਰ ਦੀ ਤਰ੍ਹਾਂ। 0.01 ਤੋਂ ਲੈ ਕੇ 0.09 ਦੇ ਵਿਚਕਾਰ ਕੋਈ ਵੀ ਵੈਲਿਊ ਹੋਵੇ ਤਾਂ ਉਹਦਾ ਕਰੈਕਟਰਿਸਟਿਕ ਰਹੇਗਾ -2। 0.001 ਤੋਂ ਲੈ ਕੇ 0.009 ਤੱਕ ਅਗਰ ਕੋਈ ਵੈਲਿਊ ਆ ਤਾਂ ਉਹਦਾ ਕਰੈਕਟਰਿਸਟਿਕ ਰਹੇਗਾ -3। ਇਸੇ ਤਰ੍ਹਾਂ ਜਦੋਂ ਇੱਥੇ ਜ਼ੀਰੋਜ਼ 3 ਹੋ ਜਾਣਗੀਆਂ ਡੈਸੀਮਲ ਤੋਂ ਬਾਅਦ 0.0001 ਤੋਂ ਲੈ ਕੇ 0.0009 ਤੱਕ ਅਗਰ ਕੋਈ ਵੈਲਿਊ ਆ ਉਹਦੀ ਲੌਗ ਵੈਲਿਊ ਦਾ ਕਰੈਕਟਰਿਸਟਿਕ ਰਹੇਗਾ -4। ਬਾਕੀ ਜੋ ਮੈਂਟਿਸ ਵੈਲਿਊ ਆ ਉਹ ਅਸੀਂ ਟੇਬਲ ਦੇ ਵਿੱਚੋਂ ਫਾਈਂਡ ਕਰਾਂਗੇ। ਸੋ ਇਹ ਤੁਸੀਂ ਨੋਟ ਕਰ ਸਕਦੇ ਹੋ ਕਿ ਇਸ ਤਰ੍ਹਾਂ ਅਸੀਂ ਕਰੈਕਟਰਿਸਟਿਕ ਲਗਾਉਣੇ। ਤਾਂ ਕਰੈਕਟਰਿਸਟਿਕ ਲਗਾਉਣ ਦਾ ਸਿੰਪਲ ਜਿਹਾ ਤਰੀਕਾ ਕਿ ਡਿਜਿਟ ਗਿਣੋ। ਜਿਸ ਤਰ੍ਹਾਂ ਇੱਥੇ ਦੇਖੋ 4 ਡਿਜਿਟਸ ਦਾ ਨੰਬਰ ਆ ਤੇ 4 - 1 3 ਆ ਗਿਆ। ਕਰੈਕਟਰਿਸਟਿਕ ਇਹਦਾ ਕਿੰਨਾ ਬਣੇਗਾ 3। ਇੱਥੇ 3 ਨੰਬਰ ਦਾ 3 ਡਿਜਿਟਸ ਦਾ ਨੰਬਰ ਆ ਕਰੈਕਟਰਿਸਟਿਕ ਰਹੇਗਾ 2। 2 ਨੰਬਰ ਦਾ 2 ਡਿਜਿਟਸ ਦਾ ਨੰਬਰ ਆ ਕਰੈਕਟਰਿਸਟਿਕ ਆ ਜਾਏਗਾ 2 - 1 1। 1 ਡਿਜਿਟ ਦਾ ਨੰਬਰ ਆ 9 ਕਰੈਕਟਰਿਸਟਿਕ ਆ ਜਾਏਗਾ 1 - 1 0 ਕਿਉਂਕਿ ਸਿਰਫ 1 ਡਿਜਿਟ ਆ। ਇੱਥੇ 0 ਪੁਆਇੰਟ ਸਮਥਿੰਗ ਆ ਤਾਂ 0 ਵਾਲੀ ਵੈਲਿਊ ਦਾ ਮੈਂ ਤੁਹਾਨੂੰ ਕੀ ਦੱਸਿਆ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਕਿ 0.1 ਤੋਂ ਲੈ ਕੇ 0.9 ਤੱਕ ਅਗਰ ਵੈਲਿਊ ਆ ਤਾਂ ਕਰੈਕਟਰਿਸਟਿਕ -1। ਹੁਣ 0.4 ਇਸੇ ਕੈਟੇਗਰੀ 'ਚ ਆ ਰਹੀ ਆ -1। ਇੱਕ ਸਿੰਪਲ ਜਿਹਾ ਹੋਰ ਤਰੀਕਾ ਕਿ ਯਾਦ ਕਿੱਦਾਂ ਰੱਖ ਸਕਦੇ ਤੁਸੀਂ ਇੱਥੇ ਕੰਟੀਨਿਊਟੀ ਦੇ ਵਿੱਚ 0 ਗਿਣਨੀ ਆ। ਡੈਸੀਮਲ ਨੂੰ ਛੱਡ ਦਿਓ ਕੰਟੀਨਿਊਟੀ 'ਚ 0 ਗਿਣ ਲਓ ਉਨਾ ਉਹਦਾ ਮਾਈਨਸ ਲਿਖ ਕੇ ਕਰੈਕਟਰਿਸਟਿਕ ਲਗਾ ਦਿਓ। ਜਿੱਦਾਂ ਦੇਖੋ ਇੱਥੇ 0.4 ਆ 0 ਕਿੰਨੀਆਂ ਦਿੱਤੀਆਂ ਇੱਥੇ ਸਿਰਫ 1 0 ਆ। ਇੱਥੇ 1 ਲਿਖੇ ਉਹਦੇ ਉੱਪਰ ਅਸੀਂ ਜਿਹੜਾ ਬਾਰ ਲਗਾਤੀ ਮਤਲਬ ਕਿ -1। ਇੱਥੇ ਕੰਟੀਨਿਊਟੀ 'ਚ 0 ਕਿੰਨੀਆਂ 0.03 ਦਿੱਤਾ ਆ 0 0 2 ਜ਼ੀਰੋਜ਼ ਆ ਕੰਟੀਨਿਊਟੀ ਦੇ ਵਿੱਚ ਤਾਂ ਕਰੈਕਟਰਿਸਟਿਕ ਆ ਗਿਆ -2। ਇੱਥੇ ਕੰਟੀਨਿਊਟੀ ਦੇ ਵਿੱਚ 0.003 ਜ਼ੀਰੋ ਆ 3 ਲਿਖਤਾ ਕਰੈਕਟਰਿਸਟਿਕ -3। ਇੱਥੇ 4 ਜ਼ੀਰੋ। ਅੱਛਾ ਜੇ ਹੁਣ ਇੱਕ ਕੋਈ ਵੈਲਿਊ ਸਪੋਜ਼ ਦਿੱਤੀ ਹੋਵੇ ਸਾਡੇ ਕੋਲ 0.03070 ਇਹਦੇ ਲਈ ਅਸੀਂ ਲੌਗ ਵੈਲਿਊ ਫਾਈਂਡ ਕਰਨੀ। ਹੁਣ ਮੈਂ ਕਹਿ ਰਹੀ ਹਾਂ ਕਿ ਸਿਰਫ ਵੈਲਿਊ 0 ਗਿਣਨੀਆਂ ਜਿਹੜੀਆਂ ਕੰਟੀਨਿਊਟੀ 'ਚ ਆ। 0.0 ਇਹ ਕੰਟੀਨਿਊਟੀ 'ਚ ਆ ਦੇਖੋ ਲਗਾਤਾਰ ਆ 0.0 2 ਆ ਗਿਆ ਇਹਦੇ ਵਿੱਚ ਕਰੈਕਟਰਿਸਟਿਕ ਕਿੰਨਾ ਹੋਏਗਾ -2। ਨਾ ਕਿ ਆਹ ਵਾਲੀਆਂ 0 ਨਹੀਂ ਗਿਣਨੀਆਂ ਕਿਉਂਕਿ ਉਹਦੇ ਤੋਂ ਪਹਿਲਾਂ ਹੁਣ 3 ਆ ਗਿਆ। ਇਹ ਕੰਟੀਨਿਊਟੀ ਟੁੱਟ ਗਈ ਜ਼ੀਰੋਜ਼ ਦੀ। ਇਹ ਬਾਅਦ ਵਿੱਚ ਫਿਰ ਜਿੰਨੀਆਂ ਮਰਜ਼ੀ ਹੋਣ ਲੇਕਿਨ ਅਗਰ ਕੰਟੀਨਿਊਟੀ ਜਾਂ ਜਿੱਦਾਂ ਇੱਥੇ ਦੇਖੋ ਇੱਥੇ 4 ਜ਼ੀਰੋ ਕੰਟੀਨਿਊਟੀ 'ਚ ਇੱਥੇ 3 ਜ਼ੀਰੋਜ਼ ਕੰਟੀਨਿਊਟੀ 'ਚ 2 ਜ਼ੀਰੋਜ਼ ਕੰਟੀਨਿਊਟੀ 'ਚ ਇੱਥੇ 1 0। ਤਾਂ ਇੱਥੇ ਸਿਰਫ ਬੇਸ਼ੱਕ ਹੋਰ ਜ਼ੀਰੋਜ਼ ਹੈਗੀਆਂ ਨੰਬਰ ਦੇ ਵਿੱਚ ਲੇਕਿਨ ਕੰਟੀਨਿਊਟੀ ਦੇ ਵਿੱਚ ਸ਼ੁਰੂ 'ਚ ਕਿੰਨੀ ਹੈ ਸਿਰਫ 2 ਆ। ਇਸ ਕਰਕੇ ਇਹਦਾ ਕਰੈਕਟਰਿਸਟਿਕ ਆ ਗਿਆ 2। ਇੱਕ ਹੋਰ ਕਨਫਿਊਜ਼ਨ ਕ੍ਰੀਏਟ ਕੀਤੀ ਹੋ ਸਕਦੀ ਆ ਕਿ ਲਿਖਿਆ ਹੋਵੇ 000.030। ਹੁਣ ਇੱਥੇ ਦੇਖੋ ਡੈਸੀਮਲ ਤੋਂ ਪਹਿਲੇ 3 ਜ਼ੀਰੋਆਂ ਲਿਖੀਆਂ ਉਹਦੇ ਤੋਂ ਬਾਅਦ 1 ਤੇ ਇੱਥੇ ਕਨਫਿਊਜ਼ ਹੋ ਕੇ ਤੁਸੀਂ ਇਹ 4 ਜ਼ੀਰੋਆਂ ਨਹੀਂ ਗਿਣ ਲੈਣੀਆਂ ਕਿਉਂਕਿ ਡੈਸੀਮਲ ਤੋਂ ਅੱਗੇ ਚਾਹੇ ਜਿੰਨੀ 1 0 ਹੋਵੇ ਚਾਹੇ 2 3 ਜਿੰਨੀਆਂ ਮਰਜ਼ੀ ਦੀ ਵੈਲਿਊ ਤਾਂ 0 ਹੀ ਆ। ਹੁਣ ਇਹਨੂੰ ਚਾਹੇ ਮੈਂ 0.03 ਲਿਖਾਂ ਚਾਹੇ ਮੈਂ 000.03 ਲਿਖਾਂ ਹੈ ਤਾਂ ਸੇਮ ਹੀ ਆ। 0 ਭਾਵੇਂ ਜਿੰਨੀ ਵਾਰ ਮਰਜ਼ੀ ਪਹਿਲੇ ਲਿਖੀ ਹੈ ਇਹਦੇ ਅੱਗੇ ਕੋਈ ਜਿੰਨਾ ਚਿਰ ਡਿਜਿਟ ਨਹੀਂ ਹੈ ਤਾਂ ਉਹਦੀ ਵੈਲਿਊ ਤਾਂ 0 ਹੀ ਆ। ਇਸ ਕਰਕੇ ਇੱਦਾਂ ਕਨਫਿਊਜ਼ਨ ਲਈ ਵੀ ਕਦੇ ਕੋਈ ਵੈਲਿਊ ਲਿਖੀ ਹੋ ਸਕਦੀ ਆ ਉਹਦੀ ਵੈਲਿਊ ਤੁਸੀਂ ਲਿਖਣ ਲੌਗ ਵੈਲਿਊ ਫਾਈਂਡ ਕਰਨ ਵੇਲੇ ਇਹਨੂੰ 000 ਨਹੀਂ ਗਿਣ ਲੈਣਾ। ਇਹ ਸਿਰਫ 1 0 ਆ ਕਿਉਂਕਿ ਡੈਸੀਮਲ ਤੋਂ ਅੱਗੇ ਆ ਇਹ ਵੈਲਿਊ ਕਰੈਕਟਰਿਸਟਿਕ ਵਾਲੀ ਜਿੱਦਾਂ ਹੁੰਦੀ ਆ ਕਿ ਅੱਗੇ ਵੈਲਿਊ ਆ ਨਾ ਕਿ ਪਿੱਛੇ ਆ। ਅਗਰ ਫਰੈਕਸ਼ਨ ਦੇ ਵਿੱਚ ਡੈਸੀਮਲ ਤੋਂ ਅੱਗੇ ਬਾਅਦ ਵਿੱਚ ਜ਼ੀਰੋਜ਼ ਆ ਤਾਂ ਉਹਨਾਂ ਦਾ ਫਰਕ ਪੈਂਦਾ ਵੈਲਿਊ 'ਤੇ ਕਿ ਉਹ 1 0 ਆ ਜਾਂ 2 0 ਆ ਤਾਂ ਅਲੱਗ ਵੈਲਿਊ ਹੋ ਜਾਏਗੀ। ਡੈਸੀਮਲ ਤੋਂ ਪਹਿਲਾਂ ਵਾਲੇ ਚਾਹੇ 1 ਵਾਰ 0 ਲਿਖਿਆ ਚਾਹੇ 2 ਵਾਰ ਚਾਹੇ 3 ਵਾਰ ਉਹਦਾ ਮਤਲਬ ਸਿਰਫ 0 ਹੀ ਆ। ਉਹਨੂੰ ਇੱਕੋ ਹੀ 0 ਕੰਸੀਡਰ ਕਰਨਾ ਤੁਸੀਂ। ਹੁਣ ਦੈਟ ਮੀਨਸ ਕਿ ਇਸ ਐਗਜ਼ਾਮਪਲ ਦੇ ਵਿੱਚ ਕੰਟੀਨਿਊਟੀ 'ਚ ਕਿੰਨੀਆਂ 0 ਆ 1
टू जीरोज़ दैट मीनस आ वाली वैल्यू तो ए वाली वैल्यू सेम ही इन्हां दी लॉग वैल्यू आनी इहदा भी करैक्टरिस्टिक कितना होना -2 तो मैंटिस असीं देखांगे मैंटिस भी ओबवियसली सेम आएगा क्योंकि सेम ही वैल्यू आ। सो हुण ये सारियां वैल्यूज़ जिन्ने भी इत्थे डिजिट इत्थे असीं देखे आ जिन्ने भी आ नंबर्स दिते इन्हां दे लई हुण असीं लॉग टेबल दे विचों वैल्यूज़ फाइंड करके लिखांगे। हुण देखो पहला इत्थे जिहड़ी असीं वैल्यू फाइंड करनी वो असीं फाइंड करनी आ 3834 दे लई 3834 दी वैल्यू फाइंड करन दे लई पहले दो डिजिट जिहड़े 38 आ वो असीं देखांगे इस कॉलम दे विचों 38 ते आ जाओ। हुण आ देखो इत्थे जो 38 वाली इत्थे देख सकदे हो तुसीं कि ये जो रो आ 38 दे सामने इहदे विचों असीं वैल्यू किहड़ी लैनी आ 38 तो अगला डिजिट तीजा की हैगा आ 3 आ क्योंकि पिछे कितना है 3834 आ दो डिजिट असी पहले इस पहली जिहड़ी आ साडे कोल कॉलम आ इहदे विचों देख लिया 38 वाली असी रो दे विच आ गए। हुण 38 दे सामने जिहड़ी ये पूरी लाइन आ रो आ उहदे विच साडे कोल डिफरेंट वैल्यूज़ आ ये वैल्यूज़ दे विच हुण असी की करांगे कि 38 दे सामने असी तीजा डिजिट साडे कोल 3 आ। हुण ये जिहड़ा टेबल सामने दिता थर्ड कॉलम देखो की है जिहदे विच 3 लिखिया आ देखो आ 3 लिखिया आ 3 दे विच असी वैल्यू लिखनी जिहड़ी 38 दे सामने आ 38 दे सामने 3 दी वैल्यू कितनी आ 5832 5832 ये वैल्यू आ। हुण चौथा डिजिट कितना है इत्थे 4 38 दे सामने 4 दी वैल्यू देखनी पर क्योंकि चौथा डिजिट आ तो चौथे डिजिट दी वैल्यू असी देखते हैं सब टेबल दे विचों जिहड़ा छोटा टेबल आ साइड ते उहदे विच देखो कितनी वैल्यू आ 38 दे सामने जदों असी वैल्यू देखी 38 वाली रो दे विच आ जिहड़ा सब टेबल दे विच 4 दी वैल्यू हैगी 5 ये 5 असी किहदे च ऐड करते जिहड़ी 3 दी वैल्यू आई सी दैट मीन 38 दे सामने 3 दी वैल्यू सीगी इत्थे 38 वाली रो दे विच इत्थे 3 दी वैल्यू सी 5832 जदों असी चौथा डिजिट जिहड़ा उहनूं स्मॉल टेबल दे विच देखिया 38 दे सामने उहदी वैल्यू आई साडे कोल 5 दोहां वैल्यूज़ नूं ऐड करता ये बन गई 5837 हुण ये साडा बन गया मैंटिस वैल्यू 5837 सो ये वैल्यू आ गई लॉग वैल्यू ऑफ 3834 ये आ गया लॉग वैल्यू। हुण असी 382 दी देखनी आ अगेन 38 वाली ही रो 38 वाले कॉलम दे विच देखो असी वैल्यू किहदी देखांगे जिथे रो दे विच लिखिया है 2 आ देखो उपर कॉलम च 2 दे आ जाओ 2 दे विच 38 दे सामने कितनी वैल्यू लिखी आ 5821 5821 ये साडे कोल आ गई वैल्यू 382 दी। अगे वैल्यू फाइंड करनी असी 63 दी 63 वाली रो दे विच आ जाओ 63 तो अगे कोई भी इत्थे वैल्यू नहीं इहदा मतलब उन्होंने असीं 0 के सामने देख लांगे इत्थे तुसीं देख सकते हो कि 63 के सामने 0 की वैल्यू कितनी है 7993 देखो 63 के सामने 0 वाले कॉलम दे विच कितनी वैल्यू है 7993 7993 ये वैल्यू आ गई। हुण अगे हैगा 9 की वैल्यू कितनी आएगी देखो 9 के लिए असी 90 की वैल्यू देखांगे क्योंकि कला 9 तो टेबल है ही नहीं 10 तो वैल्यू शुरू होंदी तो एक जीरो अपने तो सपोज कर ली 90 के सामने जीरो की वैल्यू कितनी है 9542 इत्थे देख सकते हो 90 के सामने पहला ही जिहड़ा कॉलम आ जीरो वाला 9542 9542 ये वैल्यू आ गई। हुण 0.4 की वैल्यू देखनी है देखो जीरो तो ये है ही नहीं लॉग टेबल वैल्यू हुण किहदी देखांगे 4 की भी वैल्यू नहीं मिलनी टेबल दे विचों क्योंकि कला 4 एक डिजिट आ तो दो डिजिट्स बनाने लिए की करांगे जीरो पिछे सपोज कर लांगे दैट मीनस कि 40 की वैल्यू देखांगे 40 के सामने जीरो की वैल्यू देखो इत्थे कितनी है साडे कोल गिवन 6021 अगली वैल्यू असी जिहड़ी फाइंड करनी वो फाइंड करनी 0.03 दे लई। हुण अगेन साडे कोल जिहड़ा जीरो की ना वैल्यू आ ना उत्थे 3 की वैल्यू तो किहदी वैल्यू देखांगे असी 30 की वैल्यू देखने के लिए इत्थे तुसीं देख सकते हो कि टेबल दे विच 30 दे सामने जीरो की वैल्यू कितनी आ 4771 ये साडे कोल आ गई
-2.4771 आ गई कि वैल्यू 0.03 दी। हुण 0.009 दी देखांगे अगेन इत्थे साडे कोल वैल्यू कि असीं फाइंड करांगे 9 दी वैल्यू मिलनी नहीं, इहदा मतलब 90 दी। हुण इत्थे असीं हुणे 90 दी वैल्यू फाइंड कीती सी 9 दे लई, तो ਉਹੀ सेम इत्थे मैंटिस साडे कोल आ जाना 9542। इत्थे 5 दी वैल्यू अगे 0.0005 दी। हुण 5 दी वैल्यू का मतलब असीं किहदी वैल्यू फाइंड करांगे 50 दी, क्योंकि घट्टो घट्ट 2 डिजिट तो चाहिए ही है वैल्यू लिखण लई। तो 50 दी वैल्यू इत्थे साडे कोल इत्थे तुसीं देख सकदे हो 50 दे सामने 0 दी वैल्यू हैगी 6990। ये साडे कोल आ गई 6990। अगे असीं वैल्यू फाइंड करनी है 0.03070 दी। देखो 00 दी वैल्यू तो है नहीं, 30 के सामने 70 की वैल्यू देखांगे। 30 के सामने पहला 30 वाली लाइन च आ जाओ, 30 के सामने 7, 30 के सामने 7 वाला कॉलम आ देखो, आ कॉलम आ 30 के सामने 7, ये साडे कोल आ गया 4857। आ देखो आ जिहड़ा 7 था आ रहा 4871, 4871। हुण क्योंकि चौथा डिजिट 0 आ तो 0 सब टेबल च हुंदा नहीं। देखो सब टेबल च वैल्यूज़ 1 तो लैके 9 तक है, 0 है नहीं, इस करके उहदी वैल्यू साडे कोल कुछ भी नहीं, असीं लिखांगे नहीं। दैट मीनस असीं वैल्यू किहदी लिखांगे सिर्फ फिर 307 दी, कि 30 के सामने 7 की वैल्यू असीं देखे लिख लई, वो साडे कोल इत्थे आ गई आ 4871। ये साडे कोल वैल्यू आ गई कि 0.03070 दी। ये सारे साडे कोल इस तरह करके लॉग वैल्यूज़ असीं फाइंड कर लिया। तो बेसिकली टेबल च वैल्यूज़ सानू सिर्फ 10 तो लैके 99 तक गिवन आ, ये तो ही असीं ये 4 डिजिट तक दियां सारियां वैल्यूज़ दे लई जिहड़ा ये वैल्यू फाइंड कर लैंदे आ। हुण डेसीमल च कई बार बहुत लंबी वैल्यू हुंदी है, सपोज असीं वैल्यू फाइंड करनी हुंदी 3.9871 दी। देखो है तो ये डेसीमल च, लेकिन मोरे 0 नहीं हैगा, हुण मोरे 3 आ। 3 का मतलब वैल्यू किहदे विच आ 1 तो लैके 9 दे विच आ। इहदा करैक्टरिस्टिक किन्ना होना 3 का मतलब एक डिजिट आ, पिछले नहीं गिणने डेसीमल तो क्योंकि वो कंप्लीट होल नंबर नहीं हैगा। ये हैगा 3 अपने आप च कंप्लीट हैगा, होल नंबर हैगा, इसलिए असीं इहनूं एक डिजिट गिन लिया नंबर दे विच। हुण ये हैगा 1 डिजिट, 1 - 1 0, करैक्टरिस्टिक किन्ना लगूगा इहदा हुण 0, क्योंकि 3.987 आ। जे 0 पॉइंट हुंदा फिर इत्थे नैगेटिव च करैक्टरिस्टिक आउणा सी, लेकिन इत्थे क्योंकि एक डिजिट आ ये, इस करके 0 लिख लिया। हुण वैल्यू असीं फाइंड करनी आ 3.9871 दी, वो असीं किद्दां फाइंड करांगे। हुण असीं आ इकट्ठियां नूं देखना 39 नूं, वैसे तो सानूं पता है कि 3 की वैल्यू हुंदी नहीं टेबल च, तो असीं पिछे बना लईदा 30 बना लईदा, पर इत्थे तो सानूं गिवन दिता है कि 3.9871, फिर असीं 30 नहीं बनावांगे। हुण इहदे पिछे ऑलरेडी 9871 दिता है, असीं 39 बनावांगे इहनूं कि 39 दे पिछे 8 की वैल्यू किन्नी आ, 39 दे पिछे 8 की वैल्यू किन्नी आ। हुण जे तुसीं देखो ये तो बन गया फिर 1 2 3 4 5 डिजिट बन गए। साडे कोल लॉग च वैल्यू सिर्फ हुंदी 4 डिजिट की, तो फिर लास्ट वाला जिहड़ा नंबर आ ना उहनूं राउंड ऑफ कर लो। जदों राउंड ऑफ कर लवांगे तो फिर वो असीं 4 डिजिट्स विच उहनूं कन्वर्ट कर लैंदे आ। फॉर एग्जाम्पल जिद्दां साडे कोल लिखिया होवे 99895 आ 5 नंबर दा आ, इहनूं आपां की लिख सकदे आ 99,895 आ, इहनूं आपां की लिख सकदे आ 99,900 लिख सकदे आ। ਤਾਂ ਵੀ ਇਹ ਸਾਡੇ ਕੋਲ ਜਿਹੜਾ ਆ ਇਹ ਕੀ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਇਹਨੂੰ ਆਪਾਂ ਜਿਹੜਾ ਆ ਲਾਸਟ ਨੰਬਰ ਹੈਗਾ ਆ ਉਹਨੂੰ ਰਾਊਂਡ ਆਫ ਕਰ ਲਿਆ 895 ਸੀ ਉਹਨੂੰ 900 ਕਰ ਲਿਆ, ਪਰ ਇੱਥੇ ਤਾਂ ਚਲੋ ਇਹ ਡਿਜਿਟਸ ਦਾ ਨੰਬਰ ਅਸੀਂ ਡਿਕਰੀਜ਼ ਨਹੀਂ ਕੀਤਾ, ਉਹਨੂੰ ਵੈਸੇ ਰਾਊਂਡ ਆਫ ਕਰਕੇ ਦਿਖਾਇਆ ਮੈਂ। ਹੁਣ ਅਸੀਂ ਆਹ ਵੈਲਿਊ ਨੂੰ ਰਾਊਂਡ ਆਫ ਕਰਨਾ 3.9871 ਆ। ਹੁਣ ਇੱਥੇ 71 ਨੂੰ ਮੈਂ ਇਕੱਲਾ 80 ਬਣਾ ਸਕਦੀ ਹਾਂ, 3.970 लिख सकते हैं, क्योंकि 5 तो अगर लास्ट डिजिट वड्डा होवे तो तां ही उहनूं आपां अगले दे विच इहनूं वधा सकते हैं कि 7 की जगह 8 लिख सकते हैं, लेकिन ये 1 आ तो इहनूं पिछले च इहनूं असीं इन्ना लिख सकते हैं। ठीक है 3.987 इहदी वैल्यू असीं लॉग टेबल च देखनी क्योंकि 4 डिजिट बने 1 2 3 4। हुण 39 के सामने 8 की वैल्यू देखो, 39 के सामने 8 की वैल्यू, तो 39 के सामने 8 की वैल्यू इत्थे अगर असीं देखनी होवे तो देख सकते हो तुसीं कि 39 वाला कॉलम ये रहा साडे कोल रो, इहदे विच 9th कॉलम दे विच वैल्यू साडे कोल किन्नी आ 6010।
6010 चौथा डिजिट हैगा 7 39 ਦੇ ਸਾਹਮਣੇ 7 ਦੀ ਵੈਲਿਊ ਦੇਖੋ ਸਬ ਟੇਬਲ ਦੇ ਵਿੱਚ 39 ਦੇ ਸਾਹਮਣੇ 7 ਦੀ ਵੈਲਿਊ ਸਬ ਟੇਬਲ ਦੇ ਵਿੱਚ ਹੈਗੀ ਆ 8 ਆ ਦੇਖੋ 39 ਦੇ ਸਾਹਮਣੇ ਸਬ ਟੇਬਲ ਆ ਜਿਹੜਾ ਉਹਦੇ ਵਿੱਚ ਆ ਦੇਖੋ ਇੱਥੇ 7 ਦੇ ਵਿੱਚ ਵੈਲਿਊ ਹੈਗੀ ਆ 8 ਇਹ 8 ਵੈਲਿਊ ਅਸੀਂ ਚੌਥੇ ਡਿਜਿਟ ਦੀ ਥਰਡ ਵਾਲੇ 'ਚ ਐਡ ਕਰਤੀ ਇਹ ਬਣ ਗਿਆ 6018 6018 ਐਡ ਕਰਕੇ ਇਹ ਸਾਡੇ ਕੋਲ ਫਾਈਨਲੀ ਲੌਗ ਵੈਲਿਊ ਆ ਗਈ ਆਫ 3.9871 ਆ ਚੌਥਾ ਡਿਜਿਟ ਜਿਹੜਾ ਸੀਗਾ ਪੰਜਵਾਂ ਡਿਜਿਟ ਉਹਦੀ ਅਸੀਂ ਵੈਲਿਊ ਨਹੀਂ ਫਾਈਂਡ ਕਰ ਸਕਦੇ ਕਿਉਂਕਿ ਲੌਗ ਟੇਬਲ 'ਚ ਸਿਰਫ 4 ਦੀ ਵੈਲਿਊ ਹੁੰਦੀ ਹੈ ਇਹਨੂੰ ਜਦੋਂ ਆਪਾਂ ਰਾਊਂਡ ਆਫ ਕਰ ਲਿਆ ਤਾਂ ਇਹ 71 ਸੀ ਤਾਂ ਇਹਨੂੰ ਅਸੀਂ 70 ਹੀ ਕੰਸੀਡਰ ਕਰਕੇ ਪਿੱਛੇ 0 ਹੀ ਕੰਸੀਡਰ ਕਰ ਲਈ ਜੇ ਇਹ ਵੈਲਿਊ ਹੁੰਦੀ 3.9878 ਇਹਨੂੰ ਫਿਰ ਆਪਾਂ ਰਾਊਂਡ ਆਫ ਕਰਕੇ ਕੀ ਲਿਖਣਾ ਸੀ 3.988 80 ਬਣਾ ਲੈਣਾ ਸੀ ਨਾ 78 ਦਾ ਤਾਂ 0 ਦੀ ਤਾਂ ਵੈਲਿਊ ਛੋਟੇ ਟੇਬਲ 'ਚ ਹੁੰਦੀ ਨਹੀਂ ਸਾਨੂੰ ਪਤਾ ਇਸ ਕਰਕੇ ਉਹਨੂੰ ਆਪਾਂ ਇਗਨੋਰ ਕਰ ਸਕਦੇ ਤੇ ਤਾਂ ਇਹ 8 ਬਣ ਜਾਣਾ ਸੀ ਤਾਂ ਵੈਲਿਊ ਕਿਹਦੀ ਫਾਈਂਡ ਕਰਨੀ ਸੀ ਫਿਰ 39 ਦੇ ਸਾਹਮਣੇ 8 ਦੀ ਵੱਡੇ ਟੇਬਲ 'ਚੋਂ 39 ਦੇ ਸਾਹਮਣੇ ਆਹ ਵਾਲੇ 8 ਦੀ ਵੈਲਿਊ ਅਸੀਂ ਸਬ ਟੇਬਲ 'ਚੋਂ ਫਾਈਂਡ ਕਰਕੇ ਐਡ ਕਰ ਲੈਣੀ ਸੀ ਤੀਜੇ ਡਿਜਿਟ ਵਾਲੀ ਵੈਲਿਊ ਦੇ ਵਿੱਚ ਤਾਂ ਇਸ ਤਰ੍ਹਾਂ ਕਰਕੇ ਅਸੀਂ ਇਹ ਸਾਰੀਆਂ ਵੈਲਿਊ ਜਿਹੜੀਆਂ ਆ ਅਲੱਗ-ਅਲੱਗ ਨੰਬਰਸ ਦੇ ਲਈ ਲੌਗ ਵੈਲਿਊਜ਼ ਫਾਈਂਡ ਕਰ ਸਕਦੇ ਹਾਂ ਹੁਣ ਜਦੋਂ ਅਸੀਂ ਲੌਗ ਵੈਲਿਊਜ਼ ਨੂੰ ਐਡ ਕਰਨਾ ਕਿਉਂਕਿ ਜਦੋਂ ਆਪਾਂ ਜਿਓਮੈਟ੍ਰਿਕ ਮੀਨ ਦਾ ਟੌਪਿਕ ਕਰਾਂਗੇ ਤਾਂ ਉਹਦੇ ਵਿੱਚ ਸਾਨੂੰ ਸਮੇਸ਼ਨ ਲੌਗ ਐਕਸ ਚਾਹੀਦਾ ਸਮੇਸ਼ਨ ਲੌਗ ਐਕਸ ਕਰਨ ਵੇਲੇ ਇੱਕ ਚੀਜ਼ ਧਿਆਨ ਰੱਖਣੀ ਆ ਕਿ ਤੁਸੀਂ ਆ ਜਿਹੜੇ ਮੈਂਟਿਸ ਵੈਲਿਊ ਆ ਇਹ ਤਾਂ ਸਾਰੀਆਂ ਨੂੰ ਐਡ ਹੀ ਕਰਨਾ ਬੇਸ਼ੱਕ ਇਹਨਾਂ ਦੇ ਅੱਗੇ ਕਰੈਕਟਰਿਸਟਿਕ ਮਾਈਨਸ ਲੱਗਾ ਆ ਚਾਹੇ ਪਲੱਸ ਵੈਸੇ ਆਪਾਂ ਕੀ ਕਰੀਦਾ ਕਿ ਕੋਈ ਵੈਲਿਊਜ਼ ਜਿੱਦਾਂ ਫੋਰ ਐਗਜ਼ਾਮਪਲ -5 +7 -3 +2 ਹੋਵੇ ਆਪਾਂ ਕੀ ਕਰੀਦਾ ਮਾਈਨਸ ਵਾਲੀਆਂ ਇੱਕ ਜਗ੍ਹਾ ਐਡ ਕਰ ਲਈਦੀਆਂ ਤੇ ਪਲੱਸ ਵਾਲੀਆਂ ਇੱਕ ਜਗ੍ਹਾ ਇੱਦਾਂ ਕਰਕੇ ਸਾਡੇ ਕੋਲ ਆਨਸਰ ਆ ਜਾਂਦਾ ਲੇਕਿਨ ਜਦੋਂ ਅਸੀਂ ਲੌਗ ਐਕਸ ਨੂੰ ਜਮ੍ਹਾਂ ਕਰਨਾ ਨਾ ਇਹਨਾਂ ਨੂੰ ਐਡ ਕਰਨ ਵੇਲੇ ਥੋੜ੍ਹਾ ਜਿਹਾ ਅਸੀਂ ਰੂਲ ਚੇਂਜ ਕਰਦੇ ਹਾਂ ਉਹਦੇ ਵਿੱਚ ਕੀ ਹੈਗਾ ਕਿ ਮੈਂਟਿਸ ਵੈਲਿਊਜ਼ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਤੁਸੀਂ ਸਾਰੀਆਂ ਨੂੰ ਐਡ ਹੀ ਕਰਨਾ ਦੈਟ ਮੀਨਸ ਆ ਜਿੱਦਾਂ ਇੱਥੇ ਹੁਣ ਪਿੱਛੇ 4 ਵੈਲਿਊਜ਼ ਆ ਨਾ 3.5837 2.5821 1.7993 ਇਹ ਸਾਰੀਆਂ ਵੈਲਿਊਜ਼ ਨੂੰ ਐਡ ਹੀ ਕਰਨਾ ਹੈ ਐਡ ਕਰਕੇ ਜਿੰਨਾ ਆਨਸਰ ਆ ਗਿਆ ਆ ਜਿਹੜੇ ਮੋਰੇ ਕਰੈਕਟਰਿਸਟਿਕ ਆ ਨਾ ਉਹਨਾਂ ਨੂੰ ਅਸੀਂ ਅਲੱਗ ਕਰਨਾ ਹੈ ਕਿ ਇਹ ਐਡ ਜਿਹੜੇ ਹੋਣਗੇ ਉਹਨਾਂ ਨੂੰ ਜਿਹੜੇ ਪੋਜ਼ੀਟਿਵ ਆ ਪਲੱਸ ਕਰ ਲੈਣੇ ਜਿਹੜੇ ਨੈਗੇਟਿਵ ਆ ਉਹਨਾਂ ਨੂੰ ਮਾਈਨਸ ਕਰਨਾ ਠੀਕ ਆ ਹੁਣ ਜਿੱਦਾਂ ਇਸ ਕੇਸ ਦੇ ਵਿੱਚ ਜਦੋਂ ਮੈਂ ਅਗਰ ਐਡ ਕਰਕੇ ਤੁਹਾਨੂੰ ਦਿਖਾਵਾਂ ਸਾਰੀਆਂ ਵੈਲਿਊਜ਼ ਤਾਂ ਇਹ ਸਾਡੇ ਕੋਲ ਜਿਹੜਾ ਕਰੈਕਟਰਿਸਟਿਕ ਆ ਉਹ ਕੀ ਬਣੇਗਾ ਤੇ ਇਹ ਕੀ ਬਣੇਗਾ ਇਹ ਮੈਂ ਤੁਹਾਨੂੰ ਹੁਣੇ ਵੈਲਿਊਜ਼ ਨੂੰ ਐਡ ਕਰਕੇ ਦਿਖਾਉਂਗੀ ਐਡ ਕਰਨ ਲਈ ਸਿੰਪਲੀ ਤੁਸੀਂ ਕੀ ਕਰਨਾ ਆ ਸਾਰੀਆਂ ਵੈਲਿਊਜ਼ ਚਾਹੇ ਕਰੈਕਟਰਿਸਟਿਕ ਪਲੱਸ ਆ ਚਾਹੇ ਮਾਈਨਸ ਆ ਹਮੇਸ਼ਾ ਐਡ ਹੀ ਕਰਨਾ ਇਹਨਾਂ ਨੂੰ ਜਿਹੜੀਆਂ ਮੈਂਟਿਸ ਵੈਲਿਊ ਦੈਟ ਮੀਨਸ ਫਰੈਕਸ਼ਨ ਤੋਂ ਬਾਅਦ ਜਿਹੜੀਆਂ ਟੇਬਲ 'ਚੋਂ ਦੇਖੇ ਲਿਖੀਆਂ ਉਹ ਐਡ ਹੀ ਕਰਨੀਆਂ ਹੁਣ ਦੇਖੋ ਜਦੋਂ ਅਸੀਂ ਇਹ ਸਾਰੇ ਜਿਹੜੇ ਮੈਂਟਿਸ ਵੈਲਿਊ ਸੀ ਇਹਨਾਂ ਨੂੰ ਐਡ ਕੀਤਾ ਇਹ ਸਾਡੇ ਕੋਲ ਆ ਗਿਆ 6.7406 ਹੁਣ 0.7406 ਤਾਂ ਆ ਗਏ 6 ਕੈਰੀ ਫੋਰਵਰਡ ਹੋ ਗਏ ਇੱਧਰ 6 ਜਦੋਂ ਕੈਰੀ ਫੋਰਵਰਡ ਹੋ ਗਿਆ ਇਹਦੇ ਵਿੱਚ ਇੱਧਰ ਐਡ ਕਰਾਂਗੇ ਹੁਣ ਇਹ ਜਿਹੜੀ ਤਾਂ ਪੋਜ਼ੀਟਿਵ ਵੈਲਿਊਜ਼ ਆ ਉਹ ਐਡ ਕਰ ਲਓ ਜਿਹੜੀਆਂ ਨੈਗੇਟਿਵ ਆ ਉਹਨਾਂ ਨੂੰ ਮਾਈਨਸ ਕਰ ਦਾਂਗੇ ਹੁਣ 6 ਕੈਰੀ ਫੋਰਵਰਡ ਹੋਇਆ 6 + 3 9 + 2 11 12 12 + 0 12 ਪੋਜ਼ੀਟਿਵ ਆ ਗਿਆ ਨੰਬਰ ਹੁਣ ਆ ਜਿਹੜੇ ਕਰੈਕਟਰਿਸਟਿਕ ਨੈਗੇਟਿਵ ਆ ਇਹ ਅਸੀਂ ਮਾਈਨਸ ਕਰਨੇ ਵਿੱਚੋਂ ਜਿਸ ਤਰ੍ਹਾਂ 1 2 3 6 10 12 12 ਹੀ ਆ ਗਿਆ 12 - 12 0 ਇਹਦਾ ਮਤਲਬ ਇੱਥੇ ਸਾਡੇ ਕੋਲ ਇਹ ਸਾਰੇ ਦਾ ਜਿੰਨਾ ਵੀ ਹੈ ਸਮੇਸ਼ਨ ਲੌਗ ਐਕਸ ਆ ਗਿਆ 0.7046 ਇਹ ਸਾਡੇ ਕੋਲ ਆ ਗਿਆ ਸਮੇਸ਼ਨ ਲੌਗ ਐਕਸ ਤਾਂ ਕਿਸ ਤਰ੍ਹਾਂ ਕੀਤਾ ਅਸੀਂ ਇਹਨਾਂ ਨੂੰ ਕਰੈਕਟਰਿਸਟਿਕਸ ਸਾਰੇ ਹੀ ਐਡ ਕਰਨੇ ਆ ਮੈਂਟਿਸ ਸਾਰੇ ਹੀ ਐਡ ਕਰਨੇ ਚਾਹੇ ਉਹਦੇ ਅੱਗੇ ਕਰੈਕਟਰਿਸਟਿਕ ਨੈਗੇਟਿਵ ਆ ਚਾਹੇ ਪੋਜ਼ੀਟਿਵ ਆ ਸੋ ਉਹਨਾਂ ਨੂੰ ਐਡ ਕਰ ਲੈਣਾ ਜਿੰਨਾ ਵੀ ਕੈਰੀ ਫੋਰਵਰਡ ਹੋਏਗਾ ਉਹ ਕਰੈਕਟਰਿਸਟਿਕ ਦੇ ਵਿੱਚ ਐਡ ਹੋਣਾ ਆ ਹੁਣ ਐਡ ਹੋ ਕੇ ਇੱਧਰ ਜਿਹੜੀਆਂ ਤਾਂ ਪੋਜ਼ੀਟਿਵ ਕਰੈਕਟਰਿਸਟਿਕ ਆ ਉਹਨਾਂ ਨੂੰ ਪੋਜ਼ੀਟਿਵ ਐਡ ਕਰ ਲਓ ਜਿਹੜੇ ਮਾਈਨਸ 'ਚ ਆ ਉਹਨਾਂ ਨੂੰ ਕਰੈਕਟਰਿਸਟਿਕ ਦਾ ਜਿੰਨਾ ਸਮ ਆ ਰਿਹਾ ਉਹਦੇ ਵਿੱਚੋਂ ਮਾਈਨਸ ਕਰ ਦਿਓ ਤਾਂ ਇਹ ਸਾਰੀਆਂ ਪੋਜ਼ੀਟਿਵ ਵੈਲਿਊਜ਼ ਤੇ ਕੈਰੀ ਫੋਰਵਰਡ ਜਿਹੜੀ ਵੈਲਿਊ ਸੀ ਉਹਨੂੰ ਕਰਕੇ ਆਇਆ ਸੀ 12 ਨੈਗੇਟਿਵ ਵੈਲਿਊਜ਼ ਦੇ ਕਰੈਕਟਰਿਸਟਿਕਸ ਨੂੰ ਐਡ ਕੀਤਾ ਉਹ ਵੀ 12 ਆਇਆ 12 - 12 0 ਤਾਂ ਇਹ ਆ ਗਿਆ ਫਾਈਨਲ ਆਨਸਰ 0.7046 ਹੁਣ ਅਸੀਂ ਦੇਖਣਾ ਆ ਕਿ ਅਸੀਂ ਜੋ ਇਹਨਾਂ ਦੀ ਐਂਟੀ ਲੌਗ ਵੈਲਿਊ ਆ ਉਹ ਕਿੱਦਾਂ ਫਾਈਂਡ ਕਰ ਸਕਦੇ ਹਾਂ ਹੁਣ ਅਸੀਂ ਐਂਟੀ ਲੌਗ ਫਾਈਂਡ ਕਰਨਾ ਸਿੱਖਾਂਗੇ ਹੁਣ ਲੌਗ ਦੇ ਨਾਲ ਅਸੀਂ ਕੀ ਕੀਤਾ ਸੀ ਵੈਲਿਊਜ਼ ਨੂੰ ਕੰਪਰੈਸ ਕਰ ਲਿਆ ਸੀ ਦੇਖੋ
ਐਡੀਆਂ ਵੱਡੀਆਂ ਵੈਲਿਊਜ਼ ਸੀਗੀਆਂ, ਚਾਹੇ ਛੋਟੀਆਂ ਸੀ ਚਾਹੇ ਵੱਡੀਆਂ, ਉਹਨਾਂ ਨੂੰ ਅਸੀਂ ਇੱਕ ਵੱਖਰੇ ਰੂਪ ਦੇ ਵਿੱਚ ਸਮੋਲ ਵੈਲਿਊਜ਼ ਉਹਨਾਂ ਨੂੰ ਫਰੈਕਸ਼ਨਸ ਦੇ ਵਿੱਚ ਕਨਵਰਟ ਕਰਕੇ ਲਿਖ ਲਿਆ। ਹੁਣ ਜਦੋਂ ਅਸੀਂ ਫਾਈਨਲ ਆਨਸਰ ਲਿਖਣਾ ਆ ਤਾਂ ਉਸ ਵੇਲੇ ਅਸੀਂ ਜਿਹੜੀਆਂ ਓਰੀਜਨਲ ਵੈਲਿਊਜ਼ ਹੁੰਦੀਆਂ ਉਹਨਾਂ ਨੂੰ ਉਸੇ ਫਾਰਮ 'ਚ ਲਿਖਾਂਗੇ। ਆਨਸਰ ਤਾਂ ਅਸੀਂ ਓਰੀਜਨਲ ਵੈਲਿਊਜ਼ ਦੀ ਫਾਰਮ 'ਚ ਦੇਣਾ ਹੁੰਦਾ। ਤਾਂ ਇੱਥੇ ਲੌਗ ਨੂੰ ਹੁਣ ਅਸੀਂ ਜਿਹੜਾ ਇਹ ਲੌਗ ਦਾ ਇਹਦੇ ਉੱਪਰ ਇੰਪੈਕਟ ਆਇਆ ਉਹਨੂੰ ਹਟਾਉਣ ਦੇ ਲਈ ਆਨਸਰ ਦੇ ਵਿੱਚੋਂ ਐਂਟੀ ਲੌਗ ਲਗਾਉਂਦੇ ਹਾਂ। ਜਿੱਦਾਂ ਆਪਾਂ ਕੀ ਕਰੀਦਾ ਸੀ ਕਿ ਅਗਰ ਸਪੋਜ਼ ਅਸੀਂ ਜਦੋਂ ਅਸੀਂ ਸਟੈਂਡਰਡ ਡੇਵੀਏਸ਼ਨ ਫਾਈਂਡ ਕੀਤੀ ਆ ਜਾਂ ਕੋਈ ਅਸੀਂ ਕਰਦੇ ਸੀਗੇ ਕਿ ਅਰਿਥਮੈਟਿਕ ਮੀਨ ਨੂੰ ਫਾਈਂਡ ਕਰਨ ਵੇਲੇ ਸਟੈਪ ਡੇਵੀਏਸ਼ਨ ਮੈਥਡ ਯੂਜ਼ ਕਰਦੇ ਸੀ। ਅਸੀਂ dx ਡੈਸ਼ ਫਾਈਂਡ ਕੀਤਾ, ਸਪੋਜ਼ ਅਸੀਂ 10 ਦੇ ਨਾਲ ਸਾਰੀਆਂ ਵੈਲਿਊਜ਼ ਨੂੰ ਡਿਵਾਈਡ ਕਰਕੇ ਕਾਮਨ ਫੈਕਟਰ 10 ਨਾਲ ਡਿਵਾਈਡ ਕਰਕੇ ਸਾਡੇ ਕੋਲ ਸਮੇਸ਼ਨ dx ਆ ਜਾਂਦਾ ਸੀਗਾ। ਅਗਰ ਆ ਗਿਆ ਫਾਰਮੂਲੇ 'ਚ ਅਸੀਂ ਕੀ ਕਰਦੇ ਸੀਗੇ, ਇੰਟੂ ਸੀ ਕਰ ਦਿੰਦੇ ਸੀਗੇ ਨਾ, a ਪਲੱਸ ਸਮੇਸ਼ਨ dx ਡੈਸ਼ ਓਵਰ n ਇੰਟੂ ਸੀ। ਹੁਣ ਇਹ ਕੀ ਕੀਤਾ, ਜਿਹੜਾ ਅਸੀਂ ਸਾਰੀਆਂ ਵੈਲਿਊਜ਼ ਨੂੰ ਡਿਵਾਈਡ ਕੀਤਾ ਸੀ 10 ਦੇ ਨਾਲ ਜਾਂ ਕੋਈ ਵੀ ਜਿੰਨਾ ਵੀ ਕਾਮਨ ਫੈਕਟਰ, ਐਂਡ 'ਚ ਫਾਰਮੂਲੇ 'ਚ ਉਹਨੂੰ ਮਲਟੀਪਲਾਈ ਕੀਤਾ ਤਾਂ ਕਿ ਸਾਡਾ ਆਨਸਰ ਬੈਲੈਂਸ ਹੋ ਜਾਵੇ। ਦੁਬਾਰਾ ਜਿਹੜਾ ਅਸੀਂ ਸਕੇਲ ਚੇਂਜ ਕੀਤਾ ਸੀ ਉਸ ਸਕੇਲ ਦੀ ਵਜ੍ਹਾ ਨਾਲ ਆਨਸਰ ਸਾਡਾ ਉਨੇ ਪ੍ਰੋਪੋਰਸ਼ਨ 'ਚ ਘੱਟ ਨਾ ਜਾਵੇ। ਹੁਣ ਉਹਦੇ ਪ੍ਰਭਾਵ ਨੂੰ ਅਸੀਂ ਉਹ ਐਂਟੀ ਕਰਨ ਦੇ ਲਈ ਇੱਥੇ ਜੋ ਅਸੀਂ ਚੇਂਜ ਕੀਤਾ ਸੀ ਉਸ ਚੇਂਜ ਨੂੰ ਕਰੈਕਟ ਕਰਨ ਦੇ ਲਈ ਅਗੇਨ ਅਸੀਂ ਫਾਰਮੂਲੇ ਦੇ ਵਿੱਚ ਉਸ ਚੀਜ਼ ਨੂੰ ਮਲਟੀਪਲਾਈ ਕਰਤਾ ਸੀ। ਇੱਥੇ 10 ਨਾਲ ਡਿਵਾਈਡ ਕੀਤਾ ਸੀ, dx ਡੈਸ਼ ਫਾਈਂਡ ਕੀਤੇ ਸੀ, ਫਾਰਮੂਲੇ 'ਚ ਐਂਡ ਦੇ ਵਿੱਚ ਅਸੀਂ ਕੀ ਕੀਤਾ ਸੀ ਨਾਲ ਮਲਟੀਪਲਾਈ ਕਰਕੇ ਉਹਨੂੰ ਬਰਾਬਰ ਕਰਤਾ। ਇੱਦਾਂ ਹੀ ਐਂਟੀ ਲੌਗ ਅਸੀਂ ਕਰਦੇ ਹਾਂ ਕਿ ਲੌਗ ਦੇ ਨਾਲ ਅਸੀਂ ਵੈਲਿਊਜ਼ ਨੂੰ ਕੰਪਰੈਸ ਕੀਤਾ, ਹੁਣ ਦੁਬਾਰਾ ਉਹਨੂੰ ਓਰੀਜਨਲ ਵੈਲਿਊ ਦੇ ਵਿੱਚ ਲਿਆਉਣ ਦੇ ਲਈ ਆਨਸਰ ਨੂੰ ਕੀ ਕਰਾਂਗੇ, ਐਂਟੀ ਲੌਗ ਲਿਖਾਂਗੇ। ਹੁਣ ਕਿਸੇ ਵੀ ਵੈਲਿਊ ਦਾ ਕਿਸੇ ਵੀ ਨੰਬਰ ਦਾ ਐਂਟੀ ਲੌਗ ਫਾਈਂਡ ਕਰਨ ਲਈ ਵੀ ਸਾਡੇ ਕੋਲ ਟੇਬਲ ਦਿੱਤਾ ਆ, ਉਹਦੇ ਵਿੱਚ ਵੈਲਿਊਜ਼ ਜਿਹੜੀਆਂ ਆ ਉਹ ਪੁਆਇੰਟ ਤੋਂ ਸ਼ੁਰੂ ਹੁੰਦੀਆਂ ਸਾਡੇ ਕੋਲ। ਲੋਗਰਿਦਮਿਕ ਟੇਬਲ ਤੋਂ ਬਾਅਦ ਐਂਟੀ ਲੌਗ ਟੇਬਲ ਦਿੱਤਾ ਹੁੰਦਾ, ਉਹ ਸੇਮ ਉਹਨੂੰ ਵੀ ਰੀਡ ਇੱਦਾਂ ਹੀ ਕਰਨਾ ਜਿੱਦਾਂ ਅਸੀਂ ਲੌਗ ਟੇਬਲ ਨੂੰ ਕੀਤਾ। ਉਹਦੇ 'ਚ ਵੈਲਿਊਜ਼ 0.00 ਤੋਂ ਸਟਾਰਟ ਹੋ ਕੇ 0.99 ਤੱਕ ਹੁੰਦੀਆਂ। ਉਹ 'ਚ ਵੀ ਅਸੀਂ 4 ਡਿਜਿਟ ਤੱਕ ਵੈਲਿਊਜ਼ ਦੇਖ ਸਕਦੇ ਹਾਂ। ਤੀਜੀ ਵੈਲਿਊ ਅਸੀਂ ਜਿਹੜਾ ਪਹਿਲਾ ਟੇਬਲ ਦਿੱਤਾ ਹੈ ਜਿਸ 'ਚ 0 ਤੋਂ 9 ਤੱਕ ਵੈਲਿਊਜ਼, ਅਤੇ ਚੌਥੀ ਵੈਲਿਊ ਚੌਥੇ ਡਿਜਿਟ ਦੀ ਵੈਲਿਊ ਦੇਖਦੇ ਹਾਂ ਅਸੀਂ ਸਬ ਟੇਬਲ ਦੇ ਵਿੱਚ ਜਿਹੜਾ ਕਿ 1 ਤੋਂ ਲੈ ਕੇ 9 ਤੱਕ ਹੁੰਦਾ। ਹੁਣ ਇੱਥੇ ਅਸੀਂ ਇਹਦੇ ਤਾਂ ਐਂਟੀ ਲੌਗ ਅਗਰ ਕੱਢਣਾ ਹੋਵੇ, ਸਪੋਜ਼ ਆਹੀ ਵੈਲਿਊ ਜਿਹੜੀ ਸਮੇਸ਼ਨ ਲੌਗ ਐਕਸ ਆ 0.7046 ਆ, ਇਹਦਾ ਐਂਟੀ ਲੌਗ ਫਾਈਂਡ ਕਰਨਾ। ਕਿੱਦਾਂ ਕਰਾਂਗੇ ਐਂਟੀ ਲੌਗ ਫਾਈਂਡ, 0.7046 ਦਾ 0.70 ਪਹਿਲਾਂ ਦੋ ਡਿਜਿਟਸ ਨੂੰ ਕਿਹਦੇ ਵਿੱਚ ਦੇਖਣਾ ਸੀ, ਆ ਦੇਖੋ ਐਂਟੀ ਲੌਗ ਟੇਬਲ ਦੇ ਵਿੱਚ 0.70 ਲੱਭਾਂਗੇ। ਦੇਖੋ ਸੈਕਿੰਡ ਪੇਜ ਦੇ ਵਿੱਚ ਐਂਟੀ ਲੌਗ ਟੇਬਲ ਦੇ 0.70, ਇਹਦੇ ਸਾਹਮਣੇ ਤੀਜਾ ਡਿਜਿਟ ਕਿਹੜਾ ਆ 7046 ਹੈ ਜਿਹਦੀ ਵੈਲਿਊ ਫਾਈਂਡ ਕਰਨੀ ਆ। 70 ਦੇ ਸਾਹਮਣੇ 4, 70 ਦੇ ਸਾਹਮਣੇ 4 ਦੀ ਵੈਲਿਊ ਕਿੰਨੀ ਆ 5058, 5058 ਅਤੇ ਉਸ ਤੋਂ ਬਾਅਦ ਹੈਗਾ 6, ਚੌਥਾ ਡਿਜਿਟ ਆ 6, 0.70 ਦੇ ਸਾਹਮਣੇ ਚੌਥਾ ਡਿਜਿਟ ਜਿਹੜਾ ਸਾਡੇ ਕੋਲ 6 ਆ, ਉਹਦੀ ਵੈਲਿਊ ਸਾਡੇ ਕੋਲ ਇੱਥੇ ਦੇਖੋ ਸਬ ਟੇਬਲ ਦੇ ਵਿੱਚ ਹੈਗੀ ਦਿੱਤੀ ਉਹ 5 ਵੈਲਿਊ ਦਿੱਤੀ ਆ। ਇਹਨੂੰ ਅਸੀਂ ਤੀਜੇ ਡਿਜਿਟ ਦੀ ਵੈਲਿਊ 'ਚ ਐਡ ਕਰ ਲਿਆ, 5058 ਪਲੱਸ 5 ਕਰਕੇ ਸਾਡੇ ਕੋਲ ਆ ਗਿਆ 5063। ਹੁਣ ਦੇਖੋ ਇਹ ਸਾਡੇ ਕੋਲ ਵੈਲਿਊ ਆ ਗਈ ਐਂਟੀ ਲੌਗ ਦੀ 5063। ਹੁਣ ਕੀ ਕਰਨਾ, ਇਹ ਜਿਹੜੀ ਵੈਲਿਊ ਟੇਬਲ 'ਚੋਂ ਦੇਖੇ ਲਿਖ ਲਈ, ਇਸ ਵੈਲਿਊ ਦੇ ਵਿੱਚ ਡੈਸੀਮਲ ਲਾਉਣਾ। ਡੈਸੀਮਲ ਕਿੱਦਾਂ ਲਾਉਣਾ, ਆਹ ਵੈਲਿਊ ਦੇਖਣੀ ਕਰੈਕਟਰਿਸਟਿਕ ਦੀ ਕਿੰਨੀ ਆ। ਹੁਣ ਡਿਜਿਟ ਨਹੀਂ ਗਿਣਨੇ, ਧਿਆਨ ਰੱਖਿਓ ਲੌਗ ਵੇਲੇ ਅਸੀਂ ਕਰੈਕਟਰਿਸਟਿਕ ਜਿਹੜਾ ਲਗਾਉਣਾ ਹੁੰਦਾ ਨਾ ਉਹ 'ਚ ਅਸੀਂ ਡਿਜਿਟ ਗਿਣਦੇ ਹਾਂ ਕਿ 0 1 2 3 ਜਿੰਨੇ ਵੀ ਡਿਜਿਟ ਆ ਉਹਨੂੰ ਅਸੀਂ ਕਾਊਂਟ ਕਰਕੇ ਅਤੇ ਫਿਰ -1 ਕਰਕੇ ਕਰੈਕਟਰਿਸਟਿਕ ਲਗਾਉਂਦੇ। ਇਹ 'ਚ ਅਸੀਂ ਡਿਜਿਟ ਨਹੀਂ ਦੇਖਣੇ, ਇੱਥੇ ਅਸੀਂ ਵੈਲਿਊ ਦੇਖਣੀ ਕਰੈਕਟਰਿਸਟਿਕ ਦੀ। ਆਹ ਕਰੈਕਟਰਿਸਟਿਕ ਆ, ਆਹ ਮੈਂਟਿਸ ਆ। ਹੁਣ ਕਰੈਕਟਰਿਸਟਿਕ ਦੀ ਵੈਲਿਊ ਦੇਖੋ ਇਹ 'ਚ ਕਿੰਨੀ ਆ 0 ਆ, 0 + 1 ਕਿੰਨਾ ਆ ਗਿਆ 1। ਅੱਗੇ ਤੋਂ ਉਨੇ ਡਿਜਿਟ ਛੱਡ ਕੇ ਡੈਸੀਮਲ ਲਾ ਦਿਓ। ਕੀ ਕਰਨਾ, ਵੈਲਿਊ ਦੇਖਣੀ, ਜਿਸ ਵੀ ਨੰਬਰ ਦੀ ਤੁਸੀਂ ਐਂਟੀ ਲੌਗ ਫਾਈਂਡ ਕੀਤਾ ਉਹਦਾ ਕਰੈਕਟਰਿਸਟਿਕ ਦੇਖਣਾ। ਇੱਥੇ ਕਰੈਕਟਰਿਸਟਿਕ 0 ਆ, ਉਹ 'ਚ ਇੱਕ ਐਡ ਕਰਨਾ, ਲੌਗ 'ਚ ਮਾਈਨਸ ਕੀਤਾ ਸੀ ਇਹ 'ਚ ਐਡ ਕਰਨਾ 0.1, 0 + 1 ਕਿੰਨਾ ਆ ਗਿਆ 1। ਹੁਣ 1 ਡਿਜਿਟ ਇੱਥੇ ਸਾਡੇ ਕੋਲ ਛੱਡ ਕੇ ਡੈਸੀਮਲ ਲੱਗੇਗਾ। ਵੈਸੇ ਡੈਸੀਮਲ ਅਸੀਂ ਪਿੱਛੋਂ ਕਾਊਂਟ ਕਰਕੇ ਲਾਉਣੇ, ਇਹਦੇ ਵਿੱਚ ਅਸੀਂ ਕੀ ਕਰਦੇ ਅੱਗਿਓਂ ਕਾਊਂਟ ਕਰਕੇ 5 ਇੱਕ ਡਿਜਿਟ ਛੱਡਤਾ ਅਸੀਂ ਮੋਰਲਾ, ਕਿਉਂਕਿ ਇੱਕ ਡਿਜਿਟ ਇੱਥੇ 0.1 ਆਇਆ, 0 + 1 1 ਆਇਆ ਨਾ। ਤਾਂ ਜੇ ਸਪੋਜ਼ ਹੁਣ ਇੱਥੇ ਐਂਟੀ ਲੌਗ ਮੈਂ ਜਿਹਦਾ ਫਾਈਂਡ ਕਰਨਾ ਹੁੰਦਾ, ਇੱਥੇ ਮੇਰੇ ਕੋਲ ਕਰੈਕਟਰਿਸਟਿਕ ਹੁੰਦਾ ਸਪੋਜ਼ ਮੇਰੇ ਕੋਲ 2 ਹੁੰਦਾ, ਫਿਰ ਕਿੱਥੇ ਡੈਸੀਮਲ ਲੱਗਣਾ ਸੀ। ਵੈਲਿਊ ਅਸੀਂ ਇਹਦੀ ਫਾਈਂਡ ਕਰਨੀ ਸੀ ਮੈਂਟਿਸ ਦੀ,
ਐਂਟੀ ਲੌਗ ਟੇਬਲ 'ਚ ਵੈਲਿਊ ਹਮੇਸ਼ਾ ਤੁਸੀਂ ਸਿਰਫ ਇਹਦੀ ਮੈਂਟਿਸ ਦੀ ਹੀ ਫਾਈਂਡ ਕਰਨੀ ਆ, ਕਿਉਂਕਿ ਜਦੋਂ ਇੱਥੇ ਵੀ ਅਸੀਂ ਲੌਗ ਦੇ ਵਿੱਚ ਵੈਲਿਊਜ਼ ਕੱਢੀਆਂ ਤਾਂ ਮੈਂਟਿਸ ਦੀ ਹੀ ਵੈਲਿਊ ਅਸੀਂ ਲੌਗ ਟੇਬਲ 'ਚੋਂ ਦੇਖੀ ਆ, ਅਤੇ ਫਿਰ ਹੁਣ ਐਂਟੀ ਲੌਗ ਵੇਲੇ ਵੀ ਮੈਂਟਿਸ ਦੀ ਦੇਖਾਂਗੇ ਪਿਛਲੇ 4 ਡਿਜਿਟ ਦੀ। ਜਿਹੜਾ ਕਰੈਕਟਰਿਸਟਿਕ ਸਾਡੇ ਕਿਸ ਕੰਮ ਆਊਗਾ, ਉਹ ਸਾਨੂੰ ਦੱਸੇਗਾ ਕਿ ਐਂਟੀ ਲੌਗ ਦੇ ਵਿੱਚ ਡੈਸੀਮਲ ਕਿੱਥੇ ਲੱਗਣਾ ਜਿਹੜੀ ਮੈਂਟਿਸ ਤੋਂ ਵੈਲਿਊ ਆਈ ਆ। ਹੁਣ ਇੱਥੇ ਅਗਰ 2 ਹੁੰਦਾ ਕਰੈਕਟਰਿਸਟਿਕ, ਦੇਖੋ ਚਾਹੇ 0.7046 ਹੈ ਚਾਹੇ 2.7046 ਆ, ਮੈਂਟਿਸ ਤਾਂ ਸੇਮ ਆ, ਇਸ ਕਰਕੇ ਵੈਲਿਊ ਤਾਂ 5063 ਆਊਗੀ, ਸਿਰਫ ਡੈਸੀਮਲ ਲੱਗਣ ਵੇਲੇ ਫਰਕ ਪਏਗਾ। ਹੁਣ ਜੇ 2 ਆ, ਇੱਥੇ ਦੇਖੋ ਕਰੈਕਟਰਿਸਟਿਕ 2 ਹੋ ਗਿਆ, 2 + 1 ਕਰਨਾ, ਇਹ ਆ ਗਿਆ 3। ਹੁਣ ਮੋਰੋ 3 ਡਿਜਿਟ ਗਿਣ ਕੇ ਡੈਸੀਮਲ ਲੱਗਣਾ, ਦੈਟ ਮੀਨਸ ਕਿ ਇਹਦੀ ਵੈਲਿਊ ਸਾਡੇ ਕੋਲ ਹੁਣ ਕੀ ਆ ਜਾਏਗੀ 506.3। ਇਹ 'ਚ ਅਸੀਂ ਇੱਕ ਡਿਜਿਟ ਛੱਡਿਆ ਕਿਉਂਕਿ 0 + 1 1 ਕਰੈਕਟਰਿਸਟਿਕ ਬਣਿਆ, ਇਹ 'ਚ ਕਰੈਕਟਰਿਸਟਿਕ 2 ਸੀਗਾ, 2 + 1 3 ਡਿਜਿਟ ਬਣ ਗਿਆ। ਹੁਣ 3 ਡਿਜਿਟ ਛੱਡ ਕੇ ਡੈਸੀਮਲ ਲਾਤਾ ਅਸੀਂ, ਸਾਡੇ ਕੋਲ ਇਹਦਾ ਆਂਸਰ ਆ ਗਿਆ ਐਂਟੀ ਲੌਗ ਵੈਲਿਊ ਕਿੰਨੀ ਆ ਗਈ 506.3। ਸੋ ਦਿਸ ਇਜ਼ ਆਲ ਅਬਾਊਟ ਲੌਗ ਐਂਡ ਐਂਟੀ ਲੌਗ।